ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਗੁਰ ਕੀ ਮਤ ਤੂੰ ਲੇਹ ਆਨੇ। ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰ ਕੀ ਮਤ ਤੂੰ ਲੇਹ ਆਨੇ। ਭਗਤ ਬਿਨਾ ਬਹੁ ਡੂਬੇ ਸਿਆਣੇ। ਹਰਿ ਕੀ ਭਗਤ ਕਰਹੁ ਮਨ ਮੀਤ। ਨਿਰਮਲ ਹੋਏ ਤੁਮਾਰੋ ਚੀਤ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ ਮਾਈ ਭਾਈ ਨਗਰ ਨਿਵਾਸੀ ਸਤਿਗੁਰਾਂ ਦੇ ਪਾਵਨ ਹਜ਼ੂਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਸੁਸ਼ੋਭਿਤ ਹੋ ਕਰਕੇ ਸਤਿਗੁਰਾਂ ਦੇ ਪਾਵਨ ਦਰਸ਼ਨ ਦਿਦਾਰੇ ਕਰਨ ਉਪਰੰਤ
ਪਾਵਨ ਗੁਰਬਾਣੀ ਦੇ ਪਾਠ, ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸ਼੍ਰਵਣ ਕੀਤੀ ਹੈ। ਜਿਹੜੀ ਕਥਾ ਵਿਚਾਰ ਸੁਣਨ ਦਾ ਸਾਨੂੰ ਫਲ ਗਾਹੇ ਅਵਗਾਹੇ ਸਾਡੇ ਮਨ ਨੂੰ, ਸਾਡੇ ਮਨੁੱਖਾ ਸਰੀਰ ਨੂੰ ਪ੍ਰਾਪਤ ਹੁੰਦਾ ਰਹਿੰਦਾ ਹੈ। ਕਿਉਂਕਿ ਆਪਾਂ ਵੇਖਦੇ ਹਾਂ ਕਿ ਜਿਹੜੀ ਜਗ੍ਹਾ ਤੇ ਇੱਕ ਬੂੰਦ ਬੂੰਦ ਪਾਣੀ ਦੀ ਪਈ ਜਾਵੇ, ਉਹ ਜਿਹੜੀ ਬੂੰਦ ਹੈ ਉਹ ਵੀ ਕਈ ਵਾਰ ਪੱਥਰਾਂ ਨੂੰ ਤੋੜ ਦਿੰਦੀ ਹੈ। ਪੱਥਰਾਂ ਦੇ ਅੰਦਰ ਜਿਹੜਾ ਛੇਦ ਹੈ, ਉਹਨਾਂ ਦੇ ਅੰਦਰ ਜਿਹੜੀ ਮੋਹਰੀ ਹੈ ਉਹ ਬਣਾ ਦਿੰਦੀ ਹੈ। ਉਸੇ ਪ੍ਰਕਾਰ ਜਿਹੜੀ ਆਪਾਂ ਇਹ ਪਾਵਨ ਗੁਰਬਾਣੀ ਸੁਣਦੇ ਹਾਂ, ਗੁਰੂ ਘਰੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਾਂ, ਇਸ ਦੇ ਨਾਲ ਇਹ ਸਾਡਾ ਕਠੋਰ ਹੋਇਆ ਜਿਹੜਾ ਮਨ ਹੈ, ਜਿਹੜੇ ਮਨ ਦੀ ਹਾਲਤ ਗੁਰਬਾਣੀ ਦੇ ਅੰਦਰ ਇਹ ਲਿਖੀ ਹੋਈ ਹੈ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ, ਚਾਰੇ ਕੁੰਡਾ ਭਾਲੇ। ਪਾਵਨ ਗੁਰਬਾਣੀ ਦੇ ਅੰਦਰ ਇਹ ਬਚਨ ਆਏ ਨੇ ਕਿ ਮਨ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ, ਕਬਹੂ ਜੀੜਾ ਊਬ ਚੜ੍ਹਤ ਹੈ। ਕਦੇ ਤੇ ਇਹ ਸਾਡਾ ਜਿਹੜਾ ਮਨ ਹੈ, ਕਦੇ ਤੇ ਬਹੁਤ ਉੱਚੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਕਿ ਸਾਨੂੰ ਇੱਦਾਂ ਕਰਨਾ ਚਾਹੀਦਾ ਹੈ, ਸਾਨੂੰ ਇਸ ਪ੍ਰਕਾਰ ਦੁਨੀਆ ਦਾ ਭਲਾ ਕਰਨਾ ਚਾਹੀਦਾ ਹੈ, ਲੰਗਰ ਲਾਉਣੇ ਚਾਹੀਦੇ ਨੇ। ਤੇ ਕਦੇ ਇਸ ਮਨ ਦੀ ਜਿਹੜੀ ਹਾਲਤ ਹੈ ਉਹ ਇਸ ਪ੍ਰਕਾਰ ਦੀ ਹੋ ਜਾਂਦੀ ਹੈ, ਕਬਹੂ ਜਾਏ ਪਿਆਲੇ, ਤੇ ਕਦੇ ਇਹ ਪਤਾਲ ਦੇ ਅੰਦਰ ਹੀ ਵੜ ਜਾਂਦਾ ਹੈ। ਭਾਵ ਇਸ ਦੀ ਸੋਚ ਬਹੁਤ ਨੀਵੀਂ ਚਲੀ ਜਾਂਦੀ ਹੈ। ਜਿਹੜਾ ਕੰਮ ਨਹੀਂ ਕਰਨਾ ਉਸ ਨੂੰ ਵੀ ਕਰਦਾ ਹੈ, ਕਿਸੇ ਤੋਂ ਲੁਕ ਛਿਪ ਕੇ ਪਾਪ ਕਮਾਉਂਦਾ ਹੈ, ਕੁਕਰਮ ਕਰਦਾ ਹੈ, ਨਸ਼ਾ ਵਿਸ਼ਾ ਭੋਗਦਾ ਹੈ। ਇਸ ਲਈ ਜਿਹੜੇ ਮਨੁੱਖ ਇਹ ਆਖਦੇ ਨੇ ਕਿ ਮਨ ਸਾਫ਼ ਹੋਣਾ ਚਾਹੀਦਾ ਹੈ ਜਾਂ ਮਨ ਟਿਕਿਆ ਹੋਣਾ ਚਾਹੀਦਾ ਹੈ, ਗੁਰੂ ਘਰੇ ਕੀ ਲੈਣ ਜਾਣਾ, ਉਹਨਾਂ ਨੂੰ ਇਹ ਗੱਲ ਸਮਝਣ ਦੀ ਬਹੁਤ ਲੋੜ ਹੈ ਕਿ ਇਹ ਮਨ ਕੋਈ ਖਿਡੌਣਾ ਨਹੀਂ ਹੈ ਜਿਹੜਾ ਅਸੀਂ ਕਿਹਾ ਤੇ ਸਾਡੇ ਵੱਸ ਹੋ ਜਾਂਦਾ ਹੈ। ਇਹ ਮਨ ਦੇ ਮਾਰੇ ਹੋਏ ਬੜੇ ਬੜੇ ਰਿਸ਼ੀ ਮੁਨੀ ਮਰ ਗਏ। ਇੱਕ ਵਿਦਵਾਨ ਨੇ ਬਚਨ ਲਿਖੇ ਨੇ ਕਿ ਮੈਂ ਤੋ ਜਾਣਿਓ ਮਨ ਮਰ ਗਇਓ, ਮਨ ਤੋਂ ਮਰਿਓ ਨਾਹੀ, ਕੁਸੰਗਤ ਵਰਖਾ ਪਰੈ ਤੇ ਬਹੁਰ ਹਰਾ ਹੋ ਜਾਏ। ਇਹ ਕਹਿੰਦੇ ਮਨ ਦੀ ਹਾਲਤ ਹੀ ਇਸ ਤਰ੍ਹਾਂ ਦੀ ਹੈ। ਕਹਿੰਦੇ ਕਿ ਮੈਂ ਤੇ ਸੋਚਦਾ ਸੀ ਕਿ ਇਹ ਮਨ ਮਰ ਗਿਆ ਹੈ, ਭਾਵ ਮਨ ਮੇਰੇ ਹੁਣ ਕੰਟਰੋਲ ਦੇ ਵਿੱਚ ਹੈ, ਪਰ ਮਨ ਦੀ ਹਾਲਤ ਇਹ ਹੈ ਕਿ ਮੈਂ ਤੋ ਜਾਣਿਓ ਮਨ ਮਰ ਗਇਓ, ਮਨ ਤੋਂ ਮਰਿਓ ਨਾਹੀ। ਕਹਿੰਦੇ ਕਿ ਹਜੇ ਵੀ ਮਨ ਦੀ ਮੌਤ ਨਹੀਂ ਹੋਈ, ਕਿਉਂਕਿ ਜਦੋਂ ਕੁਸੰਗਤ ਵਰਖਾ ਪਰੈ ਤੇ, ਜਦੋਂ ਫਿਰ ਕਿਤੇ ਗਾਹੇ ਅਵਗਾਹੇ ਮਾੜੀ ਸੰਗਤ ਮਿਲ ਜਾਂਦੀ ਹੈ, ਉਹੀ ਦੋਸਤ ਮਿੱਤਰ ਇਕੱਠੇ ਹੋ ਜਾਂਦੇ ਨੇ ਤੇ ਫਿਰ ਉਹੀ ਨਸ਼ਾ ਕਰਨਾ, ਉਹੀ ਮਾੜੀਆਂ ਗੱਲਾਂ ਕਰਨੀਆਂ ਫਿਰ ਸ਼ੁਰੂ ਹੋ ਜਾਂਦੀਆਂ ਨੇ। ਕੁਸੰਗਤ ਵਰਖਾ ਪਰੈ ਤੇ ਬਹੁਰ ਹਰਾ ਹੋ ਜਾਏ, ਫਿਰ ਹਰਾ ਹੋ ਜਾਂਦਾ ਹੈ। ਤੇ ਐਸੇ ਮਨ ਨੂੰ ਟਿਕਾਉਣ ਦੇ ਲਈ, ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਆਪਾਂ ਗੁਰੂ ਕੀ ਸੰਗਤ ਕਰਦੇ ਹਾਂ। ਅੱਜ ਦੀ ਜੋ ਵਿਚਾਰ ਆਪਾਂ ਪ੍ਰਾਰੰਭ ਕਰਨੀ ਹੈ ਉਹ ਹੈ ਗੁਰੂ ਦੀ ਮੱਤ। ਇੱਕ ਹੁੰਦੀ ਹੈ ਸਾਡੀ ਆਪ ਦੀ ਬੁੱਧੀ, ਇੱਕ ਹੁੰਦੀ ਹੈ ਗੁਰੂ ਦੀ ਮੱਤ। ਗੁਰੂ ਦੇ ਮੱਤ ਦੇ ਅਨੁਸਾਰ ਹੋ ਕੇ ਚੱਲਣ ਦਾ ਲਾਭ ਕੀ ਹੁੰਦਾ ਹੈ ਤੇ ਨੁਕਸਾਨ ਕੀ ਹੁੰਦਾ ਹੈ।
ਇਸ ਗੱਲ ਦੀ ਆਪਾਂ ਵਿਚਾਰ ਕਰਨੀ ਹੈ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਗੁਰਫਤਿਹ ਪ੍ਰਵਾਨ ਕਰੋ ਜੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਵਿੱਚੋਂ ਆਪਾਂ ਇਹ ਬਚਨ ਪੜ੍ਹੇ ਨੇ ਕਿ ਗੁਰ ਕੀ ਮਤ ਤੂੰ ਲੇਹ ਇਆਨੇ। ਇਸ ਮਨੁੱਖੇ ਜੀਵ ਨੂੰ, ਮਨੁੱਖਾ ਸਰੀਰ ਨੂੰ ਇਆਣਾ ਕਿਹਾ ਹੈ। ਇਆਣਾ ਦਾ ਅਰਥ ਆਪਾਂ ਜਾਣਦੇ ਹੀ ਹਾਂ, ਅਣਜਾਣ। ਕਿ ਛੋਟੀ ਬੁੱਧੀ ਵਾਲੇ ਮਨੁੱਖ, ਤੂੰ ਗੁਰੂ ਦੀ ਜਿਹੜੀ ਮੱਤ ਹੈ ਉਸ ਨੂੰ ਗ੍ਰਹਿਣ ਕਰ, ਕਿਉਂਕਿ ਗੁਰੂ ਦੀ ਜਿਹੜੀ ਬੁੱਧੀ ਦੀ ਵਿਸ਼ਾਲਤਾ ਹੈ ਉਹ ਬਹੁਤ ਜ਼ਿਆਦਾ ਹੈ। ਇੱਕ ਜਿਹੜਾ ਮਨੁੱਖ ਹੈ ਉਹ ਬਹੁਤ ਥੋੜ੍ਹੇ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ। ਜਿਵੇਂ ਸੰਸਕ੍ਰਿਤ ਵਾਲੇ ਦੋ ਸ਼ਬਦ ਵਰਤਦੇ ਹੁੰਦੇ ਨੇ, ਅਲਪੱਗ ਤੇ ਸਰਬੱਗ। ਅਲਪਮ ਜਾਣਾ ਇਤੀ ਅਲਪੱਗਯ। ਅਲਪੱਗ ਜੀਵ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਥੋੜ੍ਹਾ ਗਿਆਨ ਰੱਖਦਾ ਹੋਵੇ। ਜਿਵੇਂ ਆਪਾਂ ਮਨੁੱਖ ਇੱਕ ਪਿੰਡ ਬਾਰੇ ਜਾਣਦੇ ਹਾਂ, ਜਾਂ ਇੱਕ ਸ਼ਹਿਰ ਬਾਰੇ ਜਾਣਦੇ ਹਾਂ, ਜਾਂ ਇੱਕ ਦੇਸ਼ ਬਾਰੇ ਜਾਣਦੇ ਹਾਂ। ਕੋਈ ਵੀ ਐਸਾ ਮਨੁੱਖ ਨਹੀਂ ਜਿਹਨੂੰ ਸਾਰੇ ਦੇਸ਼ਾਂ ਦਾ ਗਿਆਨ ਹੋਵੇ। ਜਾਂ ਆਪਾਂ ਇੰਗਲਿਸ਼ ਜਾਣਦੇ ਹਾਂ, ਪੰਜਾਬੀ ਜਾਣਦੇ ਹਾਂ, ਹਿੰਦੀ ਜਾਣਦੇ ਹਾਂ, ਜਾਂ ਆਪਣੀ ਸਮਰੱਥਾ ਦੇ ਅਨੁਸਾਰ ਉਰਦੂ ਫਾਰਸੀ ਪੜ੍ਹ ਲੈਂਦੇ ਹਾਂ। ਪਰ ਦੁਨੀਆ ਦੀਆਂ ਸਾਰੀਆਂ ਜਿਹੜੀਆਂ ਭਾਸ਼ਾਵਾਂ ਨੇ ਉਹ ਆਪਾਂ ਇਕੱਲੇ ਨਹੀਂ ਸਿੱਖ ਸਕਦੇ। ਇਸ ਲਈ ਜਿਹੜਾ ਥੋੜ੍ਹਾ ਗਿਆਨ ਰੱਖਦਾ ਹੋਵੇ ਉਸ ਨੂੰ ਅਲਪੱਗ ਜੀਵ ਆਖਿਆ ਜਾਂਦਾ ਹੈ। ਤੇ ਦੂਸਰਾ ਹੁੰਦਾ ਹੈ ਸਰਬਮ ਜਾਣਾ ਇਤੀ ਸਰਵਗਯ। ਜਿਹੜਾ ਸਾਰਾ ਕੋਈ ਗਿਆਨ ਰੱਖਦਾ ਹੋਵੇ, ਪਿਛਲੇ ਜਨਮਾਂ ਦਾ ਵੀ ਗਿਆਨ ਹੋਵੇ, ਇਸ ਜਨਮ ਦਾ ਵੀ ਗਿਆਨ ਹੋਵੇ ਤੇ ਆਉਣ ਵਾਲੇ ਜਨਮ ਦਾ ਵੀ ਗਿਆਨ ਹੋਵੇ। ਐਸਾ ਜਿਹੜਾ ਗਿਆਨ ਰੱਖਣ ਵਾਲੇ ਉਹ ਦੋ ਨੇ, ਜਾਂ ਤਾਂ ਪਰਮੇਸ਼ਰ ਵਾਹਿਗੁਰੂ ਜੀ ਹਨ ਤੇ ਜਾਂ ਫਿਰ ਗੁਰੂ ਜੀ ਹਨ। ਇਸ ਲਈ ਸਤਿਗੁਰਾਂ ਨੇ ਇਹ ਪਾਵਨ ਬਚਨ ਆਖੇ ਨੇ ਕਿ ਗੁਰ ਕੀ ਮੱਤ ਤੂੰ ਲੇਹ ਇਆਨੇ। ਕਿਉਂਕਿ ਜਿਹੜਾ ਆਪਾਂ ਕੰਮ ਕਰਨਾ ਹੈ ਆਪਾਂ ਆਪਦੀ ਬੁੱਧੀ ਦੇ ਅਨੁਸਾਰ ਕਰਨਾ ਹੈ। ਤੇ ਜਿਹੜੀ ਬੁੱਧੀ ਹੈ ਉਹ ਕਈ ਵਾਰ ਸਾਨੂੰ ਧੋਖਾ ਵੀ ਦੇ ਜਾਂਦੀ ਹੈ। ਕਈ ਵਾਰ ਸਾਡੇ ਆਪਦੇ ਕੀਤੇ ਹੋਏ ਜਿਹੜੇ ਫੈਸਲੇ ਨੇ ਆਪਾਂ ਉਹਨਾਂ ਨੂੰ ਵੀ ਬਦਲ ਦਿੰਦੇ ਹਾਂ। ਇਸ ਲਈ ਗੁਰੂ ਸਾਹਿਬਾਨ ਜੀ ਨੇ ਪਾਵਨ ਬਾਣੀ ਦੇ ਅੰਦਰ ਬੇਅੰਤ ਜਗ੍ਹਾ ਤੇ ਇਹ ਗੱਲ ਕੀਤੀ ਹੈ ਕਿ ਜਿਹੜਾ ਆਪਣਾ ਜੀਵਨ ਹੈ ਇਹ ਗੁਰੂ ਦੀ ਮੱਤ ਦੇ ਅਨੁਸਾਰ। ਅੱਜ ਦੇ ਜਿਹੜੇ ਬਹੁਤੇ ਸਿੱਖ ਨੇ, ਬਹੁਤੇ ਪ੍ਰਚਾਰਕ ਗੁਰੂ ਦੀ ਮੱਤ ਨੂੰ ਗ੍ਰਹਿਣ ਨਹੀਂ ਕਰ ਰਹੇ। ਉਹ ਕਿਵੇਂ ਨਹੀਂ ਕਰ ਰਹੇ, ਇਸ ਤੋਂ ਪਹਿਲਾਂ ਆਪਾਂ ਇੱਕ ਸਾਖੀ ਸੁਣਦੇ ਹਾਂ। ਹੈ ਤਾਂ ਇਹ ਕੁਝ ਹਾਸੇ ਵਾਲੀ ਸਾਖੀ। ਕਹਿੰਦੇ ਕਿ ਇੱਕ ਵਾਰ ਇੱਦਾਂ ਹੋਇਆ ਕਿ ਇੱਕ ਕੋਈ ਫੌਜੀ ਵੀਰ ਫੌਜ ਦੇ ਵਿੱਚੋਂ ਘਰੇ ਵਾਪਸ ਆਇਆ ਤੇ ਉਸ ਫੌਜੀ ਵੀਰ ਦਾ ਇੱਕ ਦੋਸਤ ਸੀ ਜਿਸ ਦਾ ਵਿਆਹ ਸ਼ਾਦੀ ਸੀ। ਤੇ ਉਸ ਫੌਜੀ ਵੀਰ ਨੇ ਸੋਚਿਆ ਕਿ ਮੈਂ ਰਸਤੇ ਦੇ ਵਿੱਚੋਂ ਜਾਂਦਾ ਜਾਂਦਾ ਜਿਹੜਾ ਕੋਟ ਪੈਂਟ ਜਿਹੜਾ ਆਪਣੇ ਦੋਸਤ ਦੇ ਵਿਆਹ 'ਤੇ ਪਾਉਣਾ ਹੈ ਉਹ ਲੈ ਜਾਵਾਂ। ਤੇ ਉਹਨੇ ਰਸਤੇ ਦੇ ਵਿੱਚੋਂ ਜਿਹੜਾ ਕੋਟ ਪੈਂਟ ਉਹ ਖਰੀਦ ਕੇ ਘਰੇ ਆਇਆ। ਆ ਕੇ ਪ੍ਰਸ਼ਾਦਾ ਪਾਣੀ ਛਕਿਆ, ਚਾਹ ਪਾਣੀ ਛਕਿਆ। ਸ਼ਾਮ ਹੋਈ ਤੇ ਸ਼ਾਮ ਨੂੰ ਜਦੋਂ ਉਹ ਪੈਂਟ ਕੋਟ ਵੇਖਦਾ ਹੈ ਤੇ ਉਸ ਦੀ ਜਿਹੜੀ ਪੈਂਟ ਹੈ ਉਹ 4 ਉਂਗਲਾਂ ਨੀਵੀਂ ਹੁੰਦੀ ਹੈ। ਤੇ ਉਸ ਫੌਜੀ ਨੇ ਸੋਚਿਆ
ਕਿ ਇੱਦਾਂ ਇਹ ਭੈੜੀ ਲੱਗੇਗੀ, ਇਸ ਨੂੰ 4 ਉਂਗਲਾਂ ਕਟਾ ਕੇ ਉੱਚੀ ਕਰ ਲੈਂਦੇ ਹਾਂ। ਤੇ ਉਸ ਨੇ ਆਪਣੀ ਘਰ ਵਾਲੀ ਨੂੰ ਆਖਿਆ ਕਿ ਇਹ ਜਿਹੜੀ ਪੈਂਟ ਹੈ ਇਸ ਨੂੰ 4 ਉਂਗਲਾਂ ਕੱਟ ਕੇ ਸੀਨ ਮਾਰ ਦੇ, ਸਹੀ ਹੋ ਜਾਵੇਗੀ। ਤੇ ਘਰ ਵਾਲੀ ਨੇ ਗੁੱਸੇ ਦੇ ਵਿੱਚ ਆਖਣ ਲੱਗੀ ਕਿ ਜਿਹੜੇ ਸਾਰੇ ਪੈਸੇ ਨੇ ਉਹ ਤਾਂ ਲਿਆ ਕੇ ਮਾਂ ਨੂੰ ਫੜਾ ਦਿੱਤੇ, ਆਪਦੀ ਮਾਂ ਨੂੰ ਕਹਿ ਵੀ ਉਹ ਉੱਚੀ ਕਰ ਦੇਵੇਗੀ। ਉਸ ਨੇ ਮਾਂ ਨੂੰ ਆਖਿਆ ਕਿ ਮਾਤਾ ਚੱਲ ਤੂੰ ਹੀ ਆਖੇ ਲੱਗ, ਇਹ 4 ਉਂਗਲਾਂ ਕੱਟ ਕੇ ਇਹ ਜਿਹੜੀ ਪੈਂਟ ਹੈ ਇਸ ਨੂੰ ਉੱਚੀ ਕਰ ਦੇ। ਮਾਂ ਆਖਣ ਲੱਗੀ ਕਿ ਪੁੱਤਰਾ ਮੇਰੀ ਨਿਗਾਹ ਘੱਟ ਹੈ, ਐਵੇਂ ਘੱਟ ਵੱਧ ਕੱਟੀ ਗਈ ਨੁਕਸਾਨ ਹੋਵੇਗਾ। ਮਾਂ ਨੇ ਆਖਿਆ ਕਿ ਸਹੁਰੇ ਘਰੋਂ ਤੇਰੀ ਭੈਣ ਆਈ ਹੋਈ ਹੈ, ਉਸ ਨੂੰ ਆਖ ਉਹ ਕੱਟ ਦੇਵੇਗੀ। ਤੇ ਜਦੋਂ ਫੌਜੀ ਵੀਰ ਨੇ ਆਪਣੀ ਭੈਣ ਨੂੰ ਆਖਿਆ ਤੇ ਉਹ ਆਖਣ ਲੱਗੀ ਕਿ ਇਹ ਤੁਹਾਡੇ ਘਰ ਦਾ ਮਸਲਾ ਹੈ, ਜੇ ਮੈਂ ਕੰਮ ਕੀਤਾ ਤੇ ਤੇਰੀ ਘਰ ਵਾਲੀ ਨਾ ਗੁੱਸੇ ਹੋਵੇ ਮੇਰੇ ਨਾਲ। ਤੇ ਉਹ ਆਖਣ ਲੱਗੀ ਕਿ ਤੁਸੀਂ ਆਪਦੇ ਘਰ ਦਾ ਮਸਲਾ ਆਪ ਸੁਲਝਾਓ। ਤੇ ਫੌਜੀ ਤੇ ਅੱਗੇ ਗੁੱਸੇ ਵਾਲੇ ਹੁੰਦੇ ਆ। ਉਸ ਨੇ ਕੀ ਕੀਤਾ ਕਿ ਰਾਤ ਨੂੰ ਗੁੱਸੇ ਦੇ ਵਿੱਚ ਉੱਦਾਂ ਹੀ ਸੜਿਆ ਬਲਿਆ ਰੋਟੀ ਖਾ ਕੇ ਸੌਂ ਗਿਆ। ਜਦੋਂ ਸਾਰੇ ਜਾਣੇ ਸੌਂ ਗਏ, ਘਰ ਵਾਲੀ ਦੇ ਮਨ ਵਿੱਚ ਗੱਲ ਆਈ ਕਿ ਚਲੋ ਮਾਂ ਪਿਓ ਨੇ ਇਹਦੇ ਲੜ ਲਾਇਆ ਹੈ, ਇਹਦੇ ਜਿਹੜੇ ਕੰਮਕਾਰ ਨੇ ਹੁਣ ਮੈਂ ਹੀ ਕਰਨੇ ਆ। ਉਹ ਰਾਤ ਨੂੰ ਉੱਠੀ, ਉਸ ਨੇ 4 ਉਂਗਲਾਂ ਕੱਟੀਆਂ ਤੇ ਸੀਨ ਮਾਰ ਕੇ ਉਹ ਸੌਂ ਗਈ। ਘੜੀ ਕੁ ਸਮਾਂ ਬੀਤਿਆ ਤੇ ਮਾਂ ਦੇ ਮਨ ਵਿੱਚ ਆਇਆ ਕਿ ਚਲੋ ਕੋਈ ਗੱਲ ਨਹੀਂ, ਕਿੰਨੀ ਕੁ ਨਿਗਾਹ ਘੱਟ ਹੈ, ਹੌਲੀ ਹੌਲੀ ਪੈਂਟ ਨੂੰ ਕੱਟ ਕੇ ਜਿਹੜੀ ਸੀਨ ਹੈ ਉਹ ਮਾਰ ਦੇਣੀ ਆ। ਤੇ ਮਾਂ ਨੇ ਵੀ ਇਦਾਂ ਹੀ ਕੀਤਾ। 4 ਉਂਗਲਾਂ ਉਹਨੇ ਕੱਟ ਕੇ ਤੇ ਉਹਨੇ ਵੀ ਉਹ ਵੀ ਸੀਨ ਮਾਰ ਕੇ ਉਹ ਵੀ ਸੌਂ ਗਈ। ਘੜੀ ਕੁ ਬੀਤੀ ਤੇ ਭੈਣ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਚਲੋ ਇੱਕੋ ਮਾਂ ਪਿਓ ਸਾਡਾ ਇੱਕੋ ਹੈ, ਇਕੱਠੇ ਖੇਡੇ ਆ, ਸਾਨੂੰ ਪਾਲਿਆ ਹੈ, ਤੇ ਚਲੋ ਕੋਈ ਗੱਲ ਨਹੀਂ। ਭੈਣ ਦੇ ਮਨ ਵਿੱਚ ਆਇਆ, 4 ਉਂਗਲਾਂ ਉਹਨੇ ਕੱਟੀਆਂ ਤੇ ਉਹ ਵੀ ਸੀਨ ਮਾਰ ਕੇ ਉਹ ਵੀ ਸੌਂ ਗਈ। ਜਦੋਂ ਸਵੇਰ ਹੋਈ ਤੇ ਜਦੋਂ ਉਸ ਫੌਜੀ ਨੇ ਵੇਖਿਆ ਕਿ ਚਲੋ ਹੁਣ ਦਰਜੀ ਦੇ ਕੋਲ ਲੈ ਕੇ ਜਾਂਦੇ ਆ, ਘਰ ਦੇ ਤੇ ਆਖੇ ਲੱਗਦੇ ਨਹੀਂ। ਤੇ ਉਹ ਜਦੋਂ ਪੈਂਟ ਦਰਜੀ ਦੇ ਕੋਲ ਲੈ ਕੇ ਗਿਆ ਤੇ ਦਰਜੀ ਨੇ ਜਦੋਂ ਉਸ ਦਾ ਮੇਚਾ ਲਿਆ ਤੇ ਉਹ ਜਿਹੜੀ ਨਾ ਤਾਂ ਪੈਂਟ ਰਹੀ ਤੇ ਨਾ ਹੀ ਉਹ ਕੁਝ ਹੋਰ ਬਣਿਆ, ਉਹ ਕੈਪਰੀ ਜਿਹੀ ਬਣ ਗਈ। ਇਸ ਸਾਖੀ ਤੋਂ ਅਸੀਂ ਸਿੱਖਿਆ ਕੀ ਲੈਣੀ ਹੈ? ਇਹ ਸਿੱਖਿਆ ਲੈਣੀ ਹੈ ਕਿ ਅੱਜ ਕੱਲ੍ਹ ਅਸੀਂ ਆਪਣੀ ਬੁੱਧੀ ਦੇ ਅਨੁਸਾਰ ਚੱਲਦਿਆਂ ਹੋਇਆਂ ਸਾਡੇ ਵੀ ਹਾਲਾਤ ਇਹ ਹੋ ਗਏ ਨੇ। ਜਿਹੜੀਆਂ ਹੁਣ ਆਪਾਂ ਗੱਲਾਂ ਕਰਨੀਆਂ ਨੇ ਉਹਨਾਂ ਵਿੱਚੋਂ ਕੁਝ ਆਪ ਜੀ ਨੂੰ ਪਤਾ ਹੋਣਗੀਆਂ ਤੇ ਕੁਝ ਹੋ ਸਕਦਾ ਹੈ ਕਿ ਨਾ ਵੀ ਪਤਾ ਹੋਣ। ਸਾਡੀ ਹਾਲਤ ਇੱਦਾਂ ਦੀ ਕਿਵੇਂ ਬਣੀ ਹੋਈ ਹੈ? ਇੱਕ ਸਿੱਖ ਆਖਦਾ ਹੈ ਕਿ ਗੁਰੂ ਘਰੇ ਜੋਤ ਰੱਖਣੀ ਮਨਮਤ ਹੈ, ਜੋਤ ਵੀ ਚੱਕ ਦਿੱਤੀ। ਦੂਸਰੇ ਨੇ ਆਖਿਆ ਕਿ ਇਹ ਨਾਰੀਅਲ ਰੱਖਣਾ ਇਹ ਹਿੰਦੂਆਂ ਦਾ ਹੈ, ਨਾਰੀਅਲ ਵੀ ਚੱਕ ਦਿੱਤਾ। ਪੁਰਾਣੇ ਸਮੇਂ ਦੇ ਅੰਦਰ ਜਦੋਂ ਘਰੇ ਵੀ ਸ੍ਰੀ ਅਖੰਡ ਪਾਠ ਸਾਹਿਬ ਹੁੰਦਾ ਸੀ ਜਾਂ ਸਹਿਜ ਪਾਠ ਹੁੰਦਾ ਸੀ ਤੇ ਜੌਂ ਆਦਿਕ ਜਾਂ ਕਣਕ ਆਦਿਕ ਇੱਕ ਭਾਂਡੇ ਵਿੱਚ ਬੀਜੀ ਜਾਂਦੀ ਸੀ
ਉਹ ਆਖਿਆ ਕਿ ਇਹ ਵੀ ਮਨ ਹੈ, ਉਹ ਵੀ ਚੱਕ ਦਿਓ। ਫਿਰ ਕਿਸੇ ਦੇ ਬੁੱਧੀ ਵਿੱਚ ਇਹ ਆਇਆ ਕਿ ਅੰਮ੍ਰਿਤ ਵੇਲੇ ਉੱਠਣਾ, ਸਾਰਾ ਦਿਨ ਆਪਾਂ ਕੰਮ ਕਰਦੇ ਹਾਂ, ਜੇ ਲੇਟ ਵੀ ਉੱਠ ਜਾਾਂਗੇ ਤੇ ਕਈ ਪ੍ਰਚਾਰਕਾਂ ਨੇ ਅੰਮ੍ਰਿਤ ਵੇਲਾ ਕੱਟ ਦਿੱਤਾ। ਫਿਰ ਸਾਡੀ ਬੁੱਧੀ ਨੇ ਇਹ ਆਖਿਆ, ਜਿਵੇਂ ਇੱਕ ਸ਼ਾਇਦ ਆਪ ਜੀ ਨੇ ਸੁਣਿਆ ਹੋਵੇਗਾ, ਇੱਕ ਇੱਦਾਂ ਦੇ ਵੀ ਗੁਰਸਿੱਖ ਹਨ, ਅਖੀਰ ਵਾਲੀ ਬਾਣੀ ਰਾਗਮਾਲਾ ਹੈ। ਕਈ ਆਖਦੇ ਨੇ ਕਿ ਇਹ ਰਾਗਮਾਲਾ ਗੁਰੂ ਦੀ ਬਾਣੀ ਨਹੀਂ, ਰਾਗਮਾਲਾ ਹੀ ਨਹੀਂ ਪੜ੍ਹਦੇ ਹੋ। ਕਈਆਂ ਨੇ ਇਹ ਗੱਲ ਆਖੀ ਕਿ ਜਿਹੜੇ ਭਗਤ ਸਹਿਬਾਨ ਹਨ ਉਹਨਾਂ ਦੀ ਬਾਣੀ ਵੱਖਰੀ ਕੱਢ ਕੇ ਲਿਖ ਦਿਓ। ਕਈ ਆਪਣੀ ਬੁੱਧੀ ਦੇ ਨਾਲ ਇਹ ਗੱਲ ਆਖਦੇ ਨੇ ਕਿ ਜਿਹੜੀ ਭੱਟਾਂ ਦੀ ਬਾਣੀ ਹੈ ਉਸ ਨੂੰ ਵੱਖਰਾ ਕਰਕੇ ਲਿਖ ਦਿਓ। ਕਿਸੇ ਦੀ ਬੁੱਧੀ ਨੇ ਇਹ ਗੱਲ ਆਖੀ ਕਿ ਜੀ ਸ਼੍ਰੋਮਣੀ ਕਮੇਟੀ ਆਖਦੀ ਹੈ ਕਿ 7 ਬਾਣੀਆਂ ਦਾ ਨਿਤਨੇਮ ਨਹੀਂ ਕਰਨਾ, ਇੱਕੋ ਦਾ ਕਰਨਾ ਹੈ। ਜਿਵੇਂ ਆਪਣੇ ਵੀ ਇੱਥੇ ਜਪਜੀ ਸਾਹਿਬ ਇਕੱਲਾ ਪੜ੍ਹਦੇ ਨੇ, ਇਹ ਕਮੇਟੀ ਦਾ ਫੈਸਲਾ ਹੈ। ਕਿਉਂਕਿ ਜਦੋਂ ਵੀ ਆਪਾਂ ਆਪਣੀ ਬੁੱਧੀ ਦੇ ਅਨੁਸਾਰ ਚੱਲਾਂਗੇ, ਆਪਾਂ ਗੁਰੂ ਦੇ ਦੇਣਦਾਰ ਹੋਵਾਂਗੇ। ਕਿਉਂਕਿ ਆਪਾਂ ਜਿਹੜੀ ਜਾਨ ਹੈ ਉਹ ਗੁਰੂ ਨੂੰ ਦੇਣੀ ਹੈ, ਉਹ ਕਿਸੇ ਮਨੁੱਖ ਨੂੰ ਨਹੀਂ। ਇਹ ਆਪਣੇ ਕੰਮਾਂ ਦਾ, ਪਾਪਾਂ ਦਾ, ਪੁੰਨਾਂ ਦਾ ਜਿਹੜਾ ਲੇਖਾ ਜੋਖਾ ਹੈ, ਇਹ ਗੁਰੂ ਨੇ ਕਰਨਾ ਹੈ, ਪਰਮੇਸ਼ਰ ਨੇ ਕਰਨਾ ਹੈ। ਇਸ ਲਈ ਜਿਹਨੂੰ ਹਿਸਾਬ ਕਿਤਾਬ ਦੇਣਾ ਹੋਵੇ, ਰਾਬਤਾ ਉਸ ਦੇ ਨਾਲ ਰੱਖੀਦਾ। ਇਸ ਲਈ ਜਿਹੜੀਆਂ ਪਿੱਛੋਂ ਚੱਲੀਆਂ ਆ ਰਹੀਆਂ ਮਰਿਆਦਾਵਾਂ ਨੇ, ਉਹ ਐਵੇਂ ਨਹੀਂ ਉਹਨਾਂ ਨੇ ਚਲਾ ਦਿੱਤੀਆਂ। ਗੁਰੂ ਸਾਹਿਬਾਨ ਤੋਂ ਜਿਹੜੀਆਂ 5 ਬਾਣੀਆਂ ਦਾ ਨਿਤਨੇਮ ਕਰਨਾ, ਇਹ ਗੁਰੂ ਸਾਹਿਬਾਨ ਜੀ ਦੇ ਵੇਲੇ ਤੋਂ ਚੱਲਿਆ ਹੋਇਆ ਹੈ। ਇਸ ਲਈ ਗੁਰ ਕੀ ਮਤ ਤੂੰ ਲੇਹ ਆਨੇ, ਗੁਰਸਿੱਖਾਂ ਨੂੰ ਵਿਚਾਰ ਕਰਕੇ 5 ਬਾਣੀਆਂ ਦਾ ਨਿਤਨੇਮ ਸ਼ੁਰੂ ਕਰਨਾ ਚਾਹੀਦਾ ਹੈ। ਕਿਉਂਕਿ ਜਦੋਂ ਵੀ ਆਪਾਂ ਆਪਣੀ ਮਤ ਨੂੰ ਵਰਤਾਂਗੇ, ਆਪਾਂ ਨੁਕਸਾਨ ਖਾਵਾਂਗੇ ਤੇ ਨੁਕਸਾਨ ਖਾ ਵੀ ਰਹੇ ਹਾਂ। ਤੇ ਕੋਈ ਹੁਣ ਆਪਣੀ ਬੁੱਧੀ ਦੇ ਅਨੁਸਾਰ ਉੱਠ ਕੇ ਇਹ ਗੱਲ ਆਖ ਦਿੰਦਾ ਕਿ ਜਦੋਂ ਦੇਗ ਨੂੰ ਭੋਗ ਲਾਉਣਾ ਹੈ ਜੀ, ਉਦੋਂ ਭੋਗ ਲੱਗਿਆ ਨਹੀਂ ਕਹਿਣਾ, ਦਰ ਪ੍ਰਵਾਨ ਕਹਿਣਾ ਹੈ। ਜਦੋਂ ਆਪਾਂ ਕਿਸੇ ਦੇ ਘਰੇ ਮਿਲਣ ਜਾਈਏ, ਕਿਸੇ ਦੋਸਤ ਮਿੱਤਰ ਨੂੰ, ਕਿਸੇ ਰਿਸ਼ਤੇਦਾਰ ਨੂੰ ਜਾ ਕੇ ਆਪਾਂ ਇਹ ਗੱਲ ਆਖੀਏ, ਆਪਣਾ ਉਹ ਸਤਿਕਾਰ ਕਰੇ, ਤੇ ਉਸ ਤੋਂ ਬਾਅਦ ਆਪਾਂ ਨੂੰ ਕੋਈ ਛਕਣ ਦੇ ਲਈ ਕੋਈ ਜਲ ਪਾਣੀ, ਕੋਈ ਪ੍ਰਸ਼ਾਦਾ ਪਾਣੀ, ਕੋਈ ਹੋਰ ਮਠਿਆਈ ਸਾਡੇ ਸਾਹਮਣੇ ਰੱਖੇ ਤੇ ਸਾਨੂੰ ਆਖੇ ਕਿ ਇਹ ਪ੍ਰਵਾਨ ਕਰੋ। ਪ੍ਰਵਾਨ ਕਰਨਾ ਕੋਈ ਹੋਰ ਗੱਲ ਹੁੰਦੀ ਹੈ, ਛਕਣਾ ਕੋਈ ਹੋਰ ਗੱਲ ਹੁੰਦੀ ਹੈ। ਉਹ ਆਪਾਂ ਨੂੰ ਆਖੇ ਕਿ ਪ੍ਰਵਾਨ ਕਰੇ ਪਰ ਖਾਇਓ ਨਾ, ਤੇ ਆਪਾਂ ਵੀ ਉਹੀ ਗੱਲ ਆਖ ਰਹੇ ਹਾਂ ਕਿ ਗੁਰੂ ਜੀ ਇਹ ਪ੍ਰਵਾਨ ਕਰੋ, ਤੁਸੀਂ ਇਹਨੂੰ ਭੋਗ ਨਾ ਲਾਓ। ਇਹ ਸਾਰੀਆਂ ਸਾਡੀਆਂ ਆਪਦੀ ਬੁੱਧੀ ਦੀਆਂ ਕਾਢਾਂ ਨੇ। ਕਿਉਂਕਿ ਬੁੱਧੀ ਦੀ ਜਿਹੜੀ ਕਾਢ ਹੈ ਉਹ ਸੀਮਤ ਹੈ। ਜਿਵੇਂ ਤੁਸੀਂ ਪਾਕਿਸਤਾਨ ਦੇ ਅੰਦਰ ਸ੍ਰੀ ਪੰਜਾ ਸਾਹਿਬ ਹੈ, ਪੰਜਾ ਸਾਹਿਬ ਦੇ ਅੰਦਰ ਅੱਜ ਵੀ ਜਦੋਂ ਭੋਗ ਲੱਗਦਾ ਹੈ ਤੇ ਪ੍ਰਸ਼ਾਦ ਦੇ ਉੱਪਰ ਇੱਕ ਪੰਜਾ ਸਾਹਿਬ ਵਗ ਜਾਂਦਾ ਹੈ। ਕਿਉਂਕਿ ਜਿਹੜੀ ਆਪਣੀ ਮਤ ਹੈ ਉਹ ਇਹ ਆਖਦੀ ਹੈ ਕਿ ਗੁਰੂ ਸਾਹਿਬਾਨ ਕਰਾਮਾਤੀ ਨਹੀਂ ਹੋ ਸਕਦੇ। ਗੁਰੂ ਸਾਹਿਬਾਨ ਨੇ ਤਾਂ ਬੜੀਆਂ ਕਰਾਮਾਤਾਂ ਵਿਖਾਈਆਂ ਹੋਈਆਂ ਨੇ। ਤੁਸੀਂ ਦੇਖੋ, ਜਦੋਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਆਪਾਂ ਜਾਂਦੇ ਹਾਂ
ਤੇ ਉਥੋਂ ਦਾ ਇਤਿਹਾਸ ਆਪ ਜੀ ਨੇ ਸਾਰਿਆਂ ਨੇ ਸੁਣਿਆ ਹੀ ਹੈ ਕਿ ਉੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸੇ ਵੇਲੇ ਆਪਣੇ ਕੰਠੋਂ ਬਾਣੀ ਉਚਾਰਨ ਕਰਕੇ 1430 ਅੰਗ ਲਿਖਵਾਏ ਸੀ। ਕੰਠੋਂ ਬਾਣੀ ਉਚਾਰਨ ਦਾ ਤੁਹਾਨੂੰ ਪਤਾ ਹੀ ਹੈ ਕਿ ਮੂੰਹ ਜ਼ਬਾਨੀ ਉਚਾਰਨਾ, ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਸਾਨੂੰ ਸ਼ੁੱਧ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ, ਤੁਸੀਂ ਸ਼ੁੱਧ ਗੁਰਬਾਣੀ ਪੜ੍ਹਨ ਦੀ ਜਾਚ ਸਿਖਾਓ। ਇਹ ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਇੱਕ ਕੋਈ ਗੁਰੂ ਕਾ ਸਿੱਖ ਦੱਖਣੀ ਓੰਕਾਰ ਬਾਣੀ ਦਾ ਪਾਠ ਕਰ ਰਿਹਾ ਸੀ। ਪਾਠ ਕਰਦਿਆਂ ਕਰਦਿਆਂ ਇੱਕ ਪੰਕਤੀ ਆਈ, ਉਹਦੇ ਵਿੱਚ ਬਚਨ ਆਏ ਕਿ ਜਿਹੜੀ ਪਰਮੇਸ਼ਰ ਵਾਹਿਗੁਰੂ ਜੀ ਦੀ ਵਡਿਆਈ ਹੈ, ਉਸ ਨੂੰ ਪਰਮੇਸ਼ਰ ਵਾਹਿਗੁਰੂ ਜੀ ਆਪ ਹੀ ਜਾਣਦੇ ਹਨ, ਗੁਰੂ ਨਹੀਂ ਜਾਣ ਸਕਦੇ। ਕੈ ਜਾਣੈ ਗੁਰਸੂਰਾ, ਉਹ ਕੈ ਦੀ ਜਗ੍ਹਾ ਤੇ ਕੇ ਪੜ੍ਹ ਰਿਹਾ ਸੀ। ਸਤਿਗੁਰਾਂ ਨੇ ਆਖਿਆ ਕਿ ਫਲਾਣੇ ਗੁਰਸਿੱਖ ਨੂੰ ਜਾ ਕੇ ਸਮਝਾਓ ਕਿ ਸ਼ੁੱਧ ਗੁਰਬਾਣੀ ਪੜ੍ਹੇ। ਤੇ ਉਸ ਗੁਰਸਿੱਖ ਨੇ ਜਾ ਕੇ ਕੁਝ ਗੁੱਸੇ ਦੇ ਨਾਲ ਬਾਣੀ ਪੜ੍ਹਨ ਵਾਲੇ ਨੂੰ ਧਮਕਾਇਆ ਤੇ ਇੱਕ ਦੋ ਚਪੇੜਾਂ ਵੀ ਮਾਰ ਦਿੱਤੀਆਂ। ਤੇ ਉਹ ਬਾਣੀ ਪੜ੍ਹਨ ਵਾਲੇ ਗੁਰਸਿੱਖ ਨੇ ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਤੁਸੀਂ ਤੇ ਆਖਦੇ ਹੋ ਕਿ ਇਹ ਗੁਰਬਾਣੀ ਤੁਹਾਨੂੰ ਪਰਲੋਕ ਦੇ ਵਿੱਚ ਵੀ ਤੁਹਾਡਾ ਛੁਟਕਾਰਾ ਕਰਾਵੇਗੀ, ਮੈਨੂੰ ਤੇ ਇੱਥੇ ਜੁੱਤੀਆਂ ਪੈ ਰਹੀਆਂ ਨੇ। ਸਤਿਗੁਰਾਂ ਨੇ ਆਖਿਆ ਕਿ ਤੂੰ ਗੁਰਬਾਣੀ ਗਲਤ ਪੜ੍ਹ ਰਿਹਾ ਸੀ, ਇਸ ਲਈ ਤੈਨੂੰ ਇਹ ਸਜ਼ਾ ਮਿਲੀ ਹੈ, ਕਿਉਂਕਿ ਗੁਰੂ ਕੀ ਜਿਹੜੀ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਉਹ ਮੇਰੇ ਅੰਗ ਨੇ, ਸਾਡੇ ਅੰਗ ਹਨ, ਤੇ ਉਹਨਾਂ ਨੂੰ ਜੇ ਗਲਤ ਤਰੋੜ ਮਰੋੜ ਕੇ ਤੂੰ ਪੜ੍ਹੇਗਾ ਤੇ ਸਾਨੂੰ ਦੁੱਖ ਲੱਗਦਾ ਹੈ। ਤਾਂ ਉਸ ਵੇਲੇ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ, ਅਸੀਂ ਗੁਰਬਾਣੀ ਸ਼ੁੱਧ ਪੜ੍ਹਨ ਨਹੀਂ ਜਾਣਦੇ। ਇੱਥੇ ਵੀ ਹੁਣ ਆਪਾਂ ਆਪਣੀ ਮੱਤ ਵਰਤਦੇ ਹਾਂ ਕਿ ਗੁਰਬਾਣੀ ਨੂੰ ਸਿੱਖਣ ਦੀ ਲੋੜ ਨਹੀਂ, ਇਹ ਤੇ ਉੱਦਾਂ ਹੀ ਆਉਂਦੀ ਹੈ, ਅਸੀਂ ਪੰਜਾਬੀ ਜਾਣਦੇ ਹੀ ਹਾਂ। ਇੱਥੇ ਵੀ ਆਪਾਂ ਆਪਣੀ ਮੱਤ ਵਰਤਦੇ ਹਾਂ, ਕਿਉਂਕਿ ਗੁਰੂ ਦਾ ਹੁਕਮ ਹੈ ਗੁਰ ਕੀ ਮੱਤ ਤੂੰ ਲੇਹ ਆਨੇ। ਅਸੀਂ ਜਦੋਂ ਹੈ ਹੀ ਅਣਜਾਣ, ਹੈ ਹੀ ਜਵਾਕ, ਫਿਰ ਸਾਨੂੰ ਗੁਰੂ ਦੀ ਮੱਤ ਲੈਣ ਤੋਂ ਬਿਨਾਂ ਹੋਰ ਸਾਡਾ ਕੋਈ ਸਹਾਰਾ ਹੀ ਨਹੀਂ ਹੈ। ਤੇ ਗੁਰਸਿੱਖ ਨੇ ਬੇਨਤੀ ਕੀਤੀ ਕਿ ਅਸੀਂ ਬਾਣੀ ਪੜ੍ਹਨ ਨਹੀਂ ਜਾਣਦੇ, ਸਾਨੂੰ ਗੁਰਬਾਣੀ ਪੜ੍ਹਨੀ ਸਿਖਾਓ। ਤਾਂ ਉਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਕੀਤੇ ਸਨ ਕਿ ਭਾਈ ਗੁਰਸਿੱਖੋ, ਜਦੋਂ ਜੰਗਾਂ ਯੁੱਧਾਂ ਦਾ ਸਮਾਂ ਸਮਾਪਤ ਹੋਵੇਗਾ, ਵੇਲ ਮਿਲੇਗੀ, ਉਸ ਵੇਲੇ ਤੁਹਾਨੂੰ ਗੁਰਬਾਣੀ ਪੜ੍ਹਨੀ ਸਿਖਾਵਾਂਗੇ, ਸੰਥਿਆ ਕਰਾਵਾਂਗੇ। ਜੇ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਸਮਾਪਤ ਹੋਇਆ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜਦੋਂ ਆਏ, ਤਾਂ ਉਸ ਵੇਲੇ ਜਿਹੜੇ ਧੀਰ ਮੱਲੀਏ ਸਨ, ਸਾਰੀ ਬਾਣੀ ਦਾ ਸੰਗ੍ਰਹਿ ਧੀਰ ਮੱਲੀਆਂ ਦੇ ਕੋਲ ਸੀ। ਜਦੋਂ ਗੁਰਸਿੱਖਾਂ ਨੇ ਜਾ ਕੇ ਬੇਨਤੀ ਕੀਤੀ, ਸਤਿਗੁਰਾਂ ਨੇ ਭੇਜਿਆ, ਤੇ ਧੀਰ ਮੱਲੀਏ ਆਖਣ ਲੱਗੇ ਕਿ ਜੇ ਤੁਹਾਡਾ ਗੁਰੂ ਸਮਰੱਥ ਹੈ ਤੇ ਆਪ ਕਿਉਂ ਨਹੀਂ ਬਾਣੀ ਲਿਖ ਲੈਂਦਾ। ਤਾਂ ਉਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਹੋਇਆਂ 1430 ਅੰਗ, ਇੱਕ ਓੰਕਾਰ ਤੋਂ ਲੈ ਕੇ 18, 10, 20 ਇਹ ਜਿਹੜੀ ਬਾਣੀ ਹੈ, ਇਸ ਨੂੰ ਆਪਣੇ ਕੰਠੋਂ ਉਚਾਰਨ ਕੀਤਾ ਸੀ, ਭਾਵ ਬਿਨਾਂ ਦੇਖੇ, ਮੂੰਹ ਜ਼ਬਾਨੀ ਜਿਹਨੂੰ ਕਹਿ ਦਿੰਦੇ ਆ। ਆਪਾਂ ਨੂੰ ਦੇਖੋ ਬਹੁਤ ਯਤਨ ਕਰੀਏ ਤੇ ਫੇਰ ਇਕੱਲਾ ਜਪਜੀ ਸਾਹਿਬ ਮਸਾਂ ਕੰਠ ਹੁੰਦਾ, ਤੇ ਗੁਰੂ ਸਾਹਿਬਾਨ ਨੇ ਇਹ ਕਰਾਮਾਤ ਨਹੀਂ ਕੀਤੀ। ਇੰਨੀ ਬਾਣੀ
ਆਪਣੇ ਕੰਠੋਂ ਉਚਾਰ ਦਿੱਤੀ, ਮੂੰਹ ਜ਼ਬਾਨੀ ਉਚਾਰ ਦਿੱਤੀ। ਇਸ ਲਈ ਜਦੋਂ ਵੀ ਆਪਾਂ ਆਪਣੀ ਮੱਤ ਨੂੰ ਗ੍ਰਹਿਣ ਕਰਾਂਗੇ, ਸਾਡੀ ਹਾਲਤ ਵੀ ਉਹ ਫੌਜੀ ਦੀ ਪੈਂਟ ਵਾਲੀ ਬਣ ਜਾਣੀ ਹੈ ਕਿ ਅਸੀਂ ਸਭ ਕੁਝ ਕੱਟਣਾ ਸ਼ੁਰੂ ਕਰ ਦਿੱਤਾ ਹੈ ਕਿ ਆਹ ਵੀ ਗੱਲ ਗਲਤ ਹੈ, ਇਹ ਵੀ ਕੱਟ ਦਿਓ। ਕੱਲ੍ਹ ਨੂੰ ਤਾਂ ਆਪਾਂ ਇਹ ਆਖਾਂਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਜੰਗ ਕਰਦੇ ਰਹੇ ਨੇ ਅਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੰਗ ਨਹੀਂ ਕੀਤਾ। ਆਪਾਂ ਇੱਥੋਂ ਤੱਕ ਆ ਜਾਵਾਂਗੇ, ਆਪਾਂ ਗੁਰੂ ਦੇ ਵਿੱਚ ਕਸੂਰ ਕੱਢਣਾ ਸ਼ੁਰੂ ਕਰ ਦਿਆਂਗੇ ਔਰ ਕੱਢਣਾ ਸ਼ੁਰੂ ਹੋ ਵੀ ਗਿਆ ਹੈ। ਕੁਝ ਐਸੇ ਪ੍ਰਚਾਰਕ ਤੁਰੇ ਨੇ ਜਿਹੜੇ ਗੁਰੂ ਨੂੰ ਵੀ ਇੱਕ ਮਨੁੱਖ ਸਮਝਦੇ ਨੇ ਕਿ ਜਿਵੇਂ ਆਮ ਮਨੁੱਖ ਹੁੰਦਾ ਉਵੇਂ ਗੁਰੂ ਹੈ। ਪਰ ਗੁਰੂ ਦੀ ਜਿਹੜੀ ਸਮਰੱਥਾ ਹੈ, ਗੁਰੂ ਦੀ ਜਿਹੜੀ ਵਿਸ਼ਾਲਤਾ ਹੈ, ਉਹ ਕਿੰਨੀ ਕੁ ਹੈ, ਇਹ ਅਸੀਂ ਇੱਕ ਬੁੱਧੀ ਦੇ ਨਾਲ ਜਾਣ ਨਹੀਂ ਸਕਦੇ। ਇਸ ਲਈ ਸਤਿਗੁਰਾਂ ਦੇ ਆਪਾਂ ਇਹ ਵਾਕ ਯਾਦ ਰੱਖੀਏ ਕਿ ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬੜੇ ਬੜੇ ਸਿਆਣੇ ਹੋਏ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ, ਸਿਕੰਦਰ ਵਰਗੇ ਜਿਨ੍ਹਾਂ ਨੇ ਦੁਨੀਆ ਦੇ ਉੱਪਰ ਰਾਜ ਕੀਤਾ, ਉਹ ਵੀ ਇਸ ਧਰਤੀ ਦੇ ਉੱਪਰੋਂ ਮੌਤ ਨੂੰ ਪ੍ਰਾਪਤ ਹੋਏ, ਉਹ ਵੀ ਇਸ ਦੁਨੀਆ ਦੇ ਅੰਦਰ ਰਹਿ ਨਹੀਂ ਸਕੇ। ਇਸ ਲਈ ਜਿਹੜਾ ਮਨੁੱਖ ਗੁਰੂ ਦੀ ਮੱਤ ਦੇ ਅਨੁਸਾਰ ਚੱਲਦਾ ਹੈ ਉਹੀ ਸਿੱਖ ਹੋ ਸਕਦਾ ਹੈ, ਕਿਉਂਕਿ ਸਿੱਖ ਦਾ ਅਰਥ ਹੀ ਸਿੱਖਣਾ ਹੈ। ਜਿਹੜਾ ਕਹਿੰਦਾ ਕਿ ਮੈਨੂੰ ਸਭ ਕੁਝ ਆਉਂਦਾ ਹੈ, ਉਹਦੇ ਵਰਗਾ ਤਾਂ ਕੋਈ ਮੂਰਖ ਹੀ ਹੈ ਨਹੀਂ, ਕਿਉਂਕਿ ਸਭ ਕੁਝ ਆਉਣ ਦਾ ਮਤਲਬ ਹੈ ਪਰਮੇਸ਼ਰ। ਗੁਰਬਾਣੀ ਦੇ ਅੰਦਰ ਇੱਕ ਵਾਕ ਆਏ ਨੇ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦੋ ਜਾਣੇ ਐਸੇ ਨੇ ਜਿਹੜੇ ਭੁੱਲਦੇ ਨਹੀਂ। ਸਾਰੀ ਦੁਨੀਆ ਕੋਲੋਂ ਕੋਈ ਨਾ ਕੋਈ ਭੁੱਲ ਜ਼ਰੂਰ ਹੁੰਦੀ ਹੈ। ਇੱਕ ਤਾਂ ਗੁਰੂ ਔਰ ਦੂਸਰਾ ਕਰਤਾਰ ਪਰਮੇਸ਼ਰ। ਇਹ ਦੋ ਜਾਣੇ ਐਸੇ ਨੇ ਜਿਨ੍ਹਾਂ ਨੂੰ ਭੁੱਲ ਨਹੀਂ ਹੁੰਦੀ, ਜਿਹੜੇ ਕਦੇ ਵੀ ਆਪਣੇ ਕੀਤੇ ਹੋਏ ਕੰਮ 'ਤੇ ਪਛਤਾਵਾ ਨਹੀਂ ਕਰਦੇ। ਕਈ ਲੋਕ ਤਾਂ ਇੱਥੋਂ ਤੱਕ ਵੀ ਤਰਕਾਂ ਕਰਦੇ ਨੇ ਕਿ ਇਹ ਜਿਹੜੀ ਦਾੜ੍ਹੀ ਹੈ ਇਹ ਐਵੇਂ ਪਰਮੇਸ਼ਰ ਨੇ ਲਾਈ ਹੈ। ਆਪਾਂ ਪਰਮੇਸ਼ਰ ਤੋਂ ਵੀ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਜੇ ਆਪਾਂ ਆਪਣਾ ਜੀਵਨ ਸਫਲ ਕਰਨਾ ਹੈ ਤੇ ਆਪਾਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰੀਏ, ਕਿਉਂਕਿ ਆਪਾਂ ਸੰਸਾਰ ਦੇ ਅੰਦਰ ਹੋਰ ਮਨੁੱਖਾਂ ਦੇ ਅਨੁਸਾਰ ਚੱਲ ਕੇ ਪੈਸੇ ਵਾਲੇ ਹੋ ਸਕਦੇ ਹਾਂ। ਸਾਡੀ ਸੰਸਾਰ ਦੇ ਵਿੱਚ ਕੁਝ ਦਿਨਾਂ ਦੀ ਸ਼ੋਭਾ ਹੋ ਸਕਦੀ ਹੈ, ਅਸੀਂ ਵਾਹ ਖੱਟ ਸਕਦੇ ਹਾਂ, ਪਰ ਜਿਹੜੀ ਮੌਤ ਹੈ ਇਹ ਕਿਸੇ ਦੀ ਸ਼ੋਭਾ, ਕਿਸੇ ਦਾ ਗਿਆਨ, ਕਿਸੇ ਦਾ ਪੈਸਾ ਨਹੀਂ ਵੇਖਦੀ। ਉਦੋਂ ਨਹੀਂ ਸਾਡੀ ਕੋਈ ਸਹਾਇਤਾ ਕਰਦਾ। ਇਸ ਲਈ ਜੇ ਸਹਾਇਤਾ ਕਰਨੀ ਹੈ ਤੇ ਸਾਡੇ ਜਪੇ ਹੋਏ ਨਾਮ ਨੇ, ਸਾਡੇ ਗੁਰੂ ਸਾਹਿਬਾਨਾਂ ਨੇ ਔਰ ਪਰਮੇਸ਼ਰ ਵਾਹਿਗੁਰੂ ਜੀ ਨੇ। ਇਸ ਲਈ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਗੁਰੂ ਦੀ ਮੱਤ ਦੇ ਅਨੁਸਾਰ ਆਪਣਾ ਜੀਵਨ ਜੀ ਸਕੀਏ ਤੇ ਜਿਹੜੀ ਸ਼ਰਧਾ ਹੈ ਉਸ ਨੂੰ ਖਤਮ ਨਾ ਕਰੀ ਜਾਈਏ ਕਿ ਆਹ ਵੀ ਚੀਜ਼ ਨਹੀਂ ਹੁੰਦੀ, ਉਹ ਵੀ ਨਹੀਂ ਹੁੰਦੀ, ਕੋਈ ਬਖਸ਼ਿਸ਼ ਨਹੀਂ ਹੁੰਦੀ, ਕੋਈ ਕਿਰਪਾ ਨਹੀਂ ਹੁੰਦੀ। ਕਿਉਂਕਿ ਇਹ ਜਿਹੜੇ ਸ਼ਬਦ ਨੇ ਗੁਰਬਾਣੀ ਦੇ ਅੰਦਰ ਬੇਅੰਤ ਵਾਰ ਆਏ ਨੇ। ਇਸ ਲਈ ਆਪਾਂ ਕੋਸ਼ਿਸ਼ ਕਰੀਏ ਤੇ ਹਮੇਸ਼ਾ ਇਹ ਗੱਲ ਨੂੰ ਯਾਦ ਰੱਖੀਏ ਕਿ ਗੁਰੂ ਸਾਹਿਬਾਨ ਨੂੰ ਨੀਵੇਂ ਹੋ ਕੇ ਬੇਨਤੀ ਕਰੀਏ। ਕਿਉਂਕਿ ਜਦੋਂ ਆਪਾਂ ਇਹ ਗੱਲ ਆਖਾਂਗੇ ਕਿ ਸਾਨੂੰ ਤੇ ਸਭ ਕੁਝ ਪਤਾ ਹੈ, ਉਦੋਂ ਗੁਰੂ ਸਾਹਿਬਾਨ ਆਖਣਗੇ ਕਿ ਇਹ ਤੇ ਪਹਿਲਾਂ ਹੀ ਰੱਬ ਬਣਿਆ, ਤੇ ਰੱਬ ਨੂੰ ਤਾਂ ਫਿਰ ਸਮਝਾਇਆ ਜਾ ਹੀ ਨਹੀਂ ਸਕਦਾ। ਇਸ ਲਈ ਸਤਿਗੁਰੂ ਸਾਹਿਬਾਨ ਜੀ ਨੂੰ ਆਖੀਏ ਕਿ ਸੱਚੇ ਪਾਤਸ਼ਾਹ ਅਸੀਂ ਖਿਨ ਖਿਨ ਭੁੱਲਣਹਾਰ ਹਾਂ, ਕਿਉਂਕਿ ਸਤਿਗੁਰੂ ਸਾਹਿਬਾਨ ਜੀ ਦੇ ਪਾਵਨ ਗੁਰਬਾਣੀ ਦੇ ਵਾਕ ਨੇ
ਕਿ ਇਹ ਜਿਹੜਾ ਮਨੁੱਖਾ ਜੀਵ ਹੈ, ਮਨੁੱਖਾ ਜਿਹੜਾ ਮਨ ਹੈ, ਇਹ ਖਿਣ ਖਿਣ ਦੇ ਵਿੱਚ ਭੁੱਲਦਾ ਹੈ। 1 ਮਿੰਟ ਦੇ ਅੰਦਰ, 1 ਸਕਿੰਟਾਂ ਦੇ ਅੰਦਰ ਬੜੇ ਬੜੇ ਪਾਪ ਕਰ ਲੈਂਦਾ ਹੈ। ਲੇਖੈ ਕਤਹਿ ਨਾ ਛੂਟੀਐ, ਖਿਣ ਖਿਣ ਭੁੱਲਨਹਾਰ। ਜੇ ਆਪਾਂ ਕਹੀਏ ਨਾ ਕਿ ਸਾਡਾ ਲੇਖਾ ਜੋਖਾ ਕਰ ਦਿਓ, ਅਸੀਂ ਲੇਖੇ ਦੇ ਅਨੁਸਾਰ ਛੁੱਟਣਾ ਹੈ। ਕੀਤੇ ਹੋਏ ਕਰਮਾਂ ਦੇ ਲੇਖੇ ਜੋਖੇ ਦੇ ਨਾਲ ਨਹੀਂ ਛੁੱਟਿਆ ਜਾਂਦਾ। ਛੁੱਟ ਸਕਦੇ ਹਾਂ ਤੇ ਅਸੀਂ ਭੁੱਲ ਬਖਸ਼ਾ ਕੇ। ਜਿਵੇਂ ਤੁਸੀਂ ਜਿਹੜੇ ਅੰਗਰੇਜ਼ੀ ਜ਼ਿਆਦਾ ਬੋਲਦੇ ਨੇ ਜਾਂ ਅੰਗਰੇਜ਼ ਲੋਕਾਂ ਨੂੰ ਕਦੇ ਜੇ ਸੁਣਿਆ ਹੋਵੇਗਾ ਤੇ ਜਾਣਦੇ ਹੋਵੋਗੇ ਕਿ ਉਹ 2 ਸ਼ਬਦ ਬਹੁਤ ਵਾਰ ਬੋਲਦੇ ਆ। ਇੱਕ ਤਾਂ ਥੈਂਕਸ ਔਰ ਦੂਸਰਾ ਸੌਰੀ, ਕਿ ਸਾਨੂੰ ਮਾफ़ ਕਰੋ ਤੇ ਤੁਹਾਡਾ ਧੰਨਵਾਦ। ਇਹ ਸ਼ਬਦ ਉਹਨਾਂ ਦੇ ਜ਼ੁਬਾਨ 'ਤੇ ਹਮੇਸ਼ਾ ਰਹਿੰਦੇ ਆ। ਇਸ ਦਾ ਮਤਲਬ ਹੀ ਇਹ ਹੈ ਕਿ ਅਸੀਂ ਪਰਮੇਸ਼ਰ ਦੇ ਕੋਲੋਂ ਜੇ ਕਹੀਏ ਕਿ ਅਸੀਂ ਆਪਣੇ ਕਰਮਾਂ ਦੇ ਲੇਖੇ ਜੋਖੇ ਦੇ ਅਨੁਸਾਰ ਛੁੱਟ ਜਾਵਾਂਗੇ ਤੇ ਇਹ ਸਾਡੀ ਭੁੱਲ ਹੈ। ਅਸੀਂ ਪਰਮੇਸ਼ਰ ਵਾਹਿਗੁਰੂ ਦਾ ਸਵੇਰੇ ਉੱਠ ਕੇ ਧੰਨਵਾਦ ਕਰਨਾ ਹੈ ਕਿ ਸੱਚੇ ਪਾਤਸ਼ਾਹ ਰਾਤ ਦਾ ਜਿਹੜਾ ਸਮਾਂ ਹੈ ਉਹ ਬੜਾ ਸੁਖਾਲਾ ਸਫਲਾ ਹੋਇਆ। ਦਿਨ ਦਾ ਜਿਹੜਾ ਸਮਾਂ ਹੈ ਉਹ ਆਪਣੇ ਭਾਣੇ ਅੰਦਰ ਸਫਲਾ ਕਰਵਾਉਣਾ। ਸਵੇਰ ਵੇਲੇ ਉੱਠ ਕੇ ਧੰਨਵਾਦ ਕਰਨਾ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਭੁੱਲਾਂ ਦੀ ਮੁਆਫੀ ਮੰਗਣੀ ਕਿ ਸੱਚੇ ਪਾਤਸ਼ਾਹ ਦਿਨ ਦੇ ਅੰਦਰ ਮੈਂ ਬਹੁਤ ਐਸੇ ਮਾੜੇ ਵਿਚਾਰ ਆਏ ਨੇ, ਮਾੜੇ ਮੈਂ ਕੰਮ ਕਰ ਬੈਠਾ ਹੋਵਾਂਗਾ, ਮੈਨੂੰ ਮੁਆਫ ਕਰ ਦਿਓ। ਕਿਉਂਕਿ ਜਿਹੜਾ ਪਾਰ ਉਤਾਰਾ ਹੈ ਉਹ ਮੁਆਫੀ ਮੰਗਣ ਵਿੱਚ ਹੈ। ਕਦੇ ਵੀ ਆਪਾਂ ਲੇਖੇ ਜੋਖੇ ਦਾ ਹਿਸਾਬ ਕਰਕੇ ਨਹੀਂ ਛੁੱਟ ਸਕਦੇ। ਸਤਿਗੁਰੂ ਸਾਹਿਬਾਨ ਜੀ ਸਾਡੇ ਉੱਪਰ ਕਿਰਪਾ ਕਰਨ, ਅਸੀਂ ਇਹਨਾਂ ਬਚਨਾਂ ਦੇ ਧਾਰਨੀ ਹੋ ਸਕੀਏ। ਅਸੀਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਆਪਣੇ ਸਿਰਾਂ ਤੋਂ ਚੁੰਨੀਆਂ ਨਾ ਲਾਈਏ। ਕਿਉਂਕਿ ਜੇ ਆਪਾਂ ਤਰਕਾਂ ਕਰਨ 'ਤੇ ਹੀ ਆ ਜਾਈਏ ਫਿਰ ਤੇ ਕੁਝ ਰਹਿਣਾ ਹੀ ਨਹੀਂਗਾ। ਫਿਰ ਤੇ ਆਪਾਂ ਨੂੰ ਇੱਕ ਦਿਨ ਇਹ ਗੁਰੂ ਘਰ ਵੀ ਢਾਉਣੇ ਪੈਣੇ ਆ। ਔਰ ਇਹ ਗੱਲਾਂ ਹੋ ਵੀ ਰਹੀਆਂ ਨੇ। ਬਹੁਤੇ ਜਿਹੜੇ ਸਿਆਣੇ ਨੇ ਉਹ ਗੱਲ ਇਹ ਵੀ ਆਖਦੇ ਨੇ ਕਿ ਗੁਰੂ ਘਰਾਂ ਦੀ ਲੋੜ ਹੀ ਨਹੀਂ, ਇੱਥੇ ਕੋਈ ਹੌਸਪੀਟਲ ਹੋਣਾ ਚਾਹੀਦਾ ਹੈ, ਕੋਈ ਹੋਰ ਜਿਹੜੀ ਜਗ੍ਹਾ ਹੈ ਉਹ ਬਣਾ ਲੈਣੀ ਚਾਹੀਦੀ ਹੈ। ਇਸ ਲਈ ਇਹ ਜਿਹੜੀ ਦੁਨੀਆ ਹੈ, ਦੁਨੀਆ ਦੇ ਜਿਹੜੇ ਲੋਕ ਨੇ, ਇਹਨਾਂ ਨੂੰ ਚੰਗੀ ਗੱਲ ਕਦੇ ਵੀ ਚੰਗੀ ਨਹੀਂ ਲੱਗਦੀ। ਕਿਉਂਕਿ ਜਿਹੜੇ ਦੁਨੀਆ ਦੇ ਬਹੁਤੇ ਲੋਕ ਨੇ ਆਪਣੀ ਬੁੱਧੀ ਦੇ ਅਨੁਸਾਰ ਚੱਲਦੇ ਨੇ। ਪਰ ਗੁਰਸਿੱਖਾਂ ਨੂੰ ਇਹ ਹੁਕਮ ਹੈ ਕਿ ਗੁਰ ਕੀ ਮੱਤ ਤੋਂ ਲੇਹ ਆਨੇ। ਗੁਰੂ ਦੀ ਮੱਤ ਦੇ ਅਨੁਸਾਰ ਆਪਾਂ ਆਖਦੇ ਹਾਂ ਕਿ ਅੰਮ੍ਰਿਤ ਛਕਣ ਦੇ ਨਾਲ ਕੀ ਹੋ ਜਾਂਦਾ ਹੈ, ਹੋਵੇ ਜਾਂ ਨਾ ਹੋਵੇ ਇਹ ਗੁਰੂ ਨੂੰ ਪਤਾ ਹੈ। ਜੇ ਗੁਰੂ ਨੇ ਕਿਹਾ ਹੈ ਪੀਵਹੁ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਆਪਾਂ ਪਹਿਲੀ ਪੰਕਤੀ ਨੂੰ ਧਾਰਨ ਕਰਨਾ ਹੈ ਕਿ ਪੀਵਹੁ ਪਾਹੁਲ ਖੰਡ ਧਾਰ। ਅੱਗੇ ਜਨਮ ਸੁਹੇਲਾ ਹੁੰਦਾ ਜਾਂ ਨਹੀਂ ਹੁੰਦਾ ਇਹ ਗੁਰੂ ਜਾਣੇ। ਆਪਣਾ ਕੰਮ ਹੈ ਗੁਰੂ ਦੀ ਆਗਿਆ ਨੂੰ ਮੰਨਣਾ। ਜੇ ਗੁਰੂ ਆਖਦਾ ਹੈ ਨਾਮ ਜਪੋ ਤੇ ਆਪਣਾ ਕੰਮ ਹੈ ਨਾਮ ਜਪਣਾ। ਨਾਮ ਜਪਣ ਤੋਂ ਕੀ ਫਾਇਦਾ ਹੁੰਦਾ ਹੈ ਇਹ ਗੁਰੂ ਜਾਣੇ। ਇਹ ਸੋਚਣਾ ਗੁਰੂ ਦਾ ਕੰਮ ਹੈ। ਸਾਡਾ ਕੰਮ ਹੈ ਕਿ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨਾ। ਸੋ ਕਥਾ ਵਿਚਾਰਾ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਤਿਗੁਰ ਸਾਹਿਬਾਨ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸੋ ਫਤਿਹ ਬੁਲਾ ਕੇ ਅਰਦਾਸ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।